ਵੋਟ ਪਾ ਸਕਣਗੇ ਕਿ ਨਹੀਂ? ਇਸ ਵਾਰ ਬਿਲਕੁਲ ਸਹਿਜਧਾਰੀ ਸਿੱਖ ਜਿਹੜੇ ਉਹ ਵੋਟ ਨਹੀਂ ਪਾ ਸਕਣਗੇ। ਜੋ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਪੂਰੀ ਹੋ ਚੁੱਕੀ ਆ ਜੀ, ਉਸ ਅਨੁਸਾਰ ਸਹਿਜਧਾਰੀ ਇਸ ਵੋਟ ਪ੍ਰਕਿਰਿਆ 'ਚ ਹਿੱਸਾ ਨਹੀਂ ਲੈ ਸਕਣਗੇ। ਇਹ ਚੰਗੀ ਗੱਲ ਆ ਤੇ ਖੁਸ਼ੀ ਦੀ ਗੱਲ ਆ ਤੇ ਬਹੁਤ ਪਵਿੱਤਰ ਇਹ ਫੈਸਲਾ ਵਾ, ਕਿਉਂਕਿ ਜਿਹੜਾ ਵੋਟਰ ਆ ਜਿਹੜਾ ਪਤਤ ਨਹੀਂ ਆ ਸਿੱਖ, ਉਹ ਆਪਣੀ ਵੋਟ ਬੜੀ ਸੋਚ ਸਮਝ ਕੇ ਪਾਊਗਾ ਇਸ ਵਾਰ। ਜਿਸ ਪਤਤ ਸਿੱਖ ਆ ਉਹਨੂੰ ਬਾਣੇ ਦੀ ਸਮਝ ਨਹੀਂ, ਉਹ ਆਪਣੀ ਵੋਟ ਦਾ ਗਲਤ ਇਸਤੇਮਾਲ ਜਿਹੜਾ ਵਾ ਕਰੂਗਾ। ਜਿਹੜਾ ਸਿੱਖ ਆ ਪੂਰਨ ਗੁਰਸਿੱਖ ਆ ਉਹ ਹੀ ਆਪਣੇ ਉਮੀਦਵਾਰ ਨੂੰ ਸਹੀ, ਕਿਉਂਕਿ ਉਹ ਸਮਝਦਾ ਤਾਂ ਹੀ ਉਹਨੇ ਪਤਤ ਨਹੀਂ ਹੋਇਆ, ਕਿਉਂਕਿ ਉਹ ਸਿੱਖੀ ਸਿਧਾਂਤਾਂ ਨੂੰ ਸਮਝਦਾ, ਧਰਮ ਨੂੰ ਸਮਝਦਾ, ਬਾਣੇ ਨੂੰ ਸਮਝਦਾ। ਉਹ ਆਪਣਾ ਸਹੀ ਫੈਸਲਾ ਜਿਹੜਾ ਵਾ ਆਪਣੇ ਜਿਹੜਾ ਵੋਟਰ ਆ ਆਪਣੇ ਉਮੀਦਵਾਰ ਨੂੰ ਚੁਣ ਲਈ ਜਿਹੜਾ ਵਾ ਪਾਊਗਾ। ਮਤਲਬ ਤੁਸੀਂ ਕਲੀਅਰ ਹੋ ਕਿ ਇਸ ਵਾਰ ਵੀ ਸਹਿਜਧਾਰੀ ਵੋਟ ਹੱਕ ਦਾ ਇਸਤੇਮਾਲ ਨਹੀਂ ਕਰ ਸਕਣਗੇ? ਨਹੀਂ ਕਰ ਸਕਦੇ। ਠੀਕ ਹੈ ਰਾਣੂ ਸਾਹਿਬ, ਕੋਈ ਕਨਫਿਊਜ਼ਨ ਹੈ? ਬਹੁਤ ਵੱਡਾ ਕਨਫਿਊਜ਼ਨ ਹੈ ਜੀ ਇਹਦੇ ਚ। ਸਹਿਜਧਾਰੀ ਤੇ ਪਤਿਤ ਦੀ ਪਰਿਭਾਸ਼ਾ ਨੂੰ ਪਹਿਲਾਂ ਕਲੀਅਰ ਕਰੋ। ਸਿੱਖ ਕੌਣ ਹੈ, ਪਤਿਤ ਕੌਣ ਹੈ ਤੇ ਸਹਿਜਧਾਰੀ ਕੌਣ ਹੈ? ਜੀ, ਸਿੱਖ ਅੰਮ੍ਰਿਤ ਜਦੋਂ ਛਕ ਲੈਂਦਾ ਹੈ ਫਿਰ ਉਹ ਭੰਗ ਕਰਦਾ ਹੈ ਤਾਂ ਉਹ ਪਤਿਤ ਹੁੰਦਾ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਪਤਿਤ ਨਹੀਂ ਹੈ, ਉਹ ਸਹਿਜਧਾਰੀ ਹੋਈ ਹੈ। ਮੈਂ ਕਲੀਅਰ ਕਰਨਾ ਚਾਹੁੰਦਾ ਕਿ ਇਸ ਚੋਣ ਦੇ ਵਿੱਚ ਜਿਹੜੇ ਸਿੱਖ ਅੰਮ੍ਰਿਤਧਾਰੀ ਨਹੀਂ ਹਨ ਹੈਗੇ ਉਹ ਸਹਿਜਧਾਰੀ ਨੇ ਸਾਰੇ ਜੀ, ਔਰ ਉਹਦੇ ਚ ਜਿਹੜੇ ਗੁਰਸਿੱਖ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਲੇਕਿਨ ਉਹਨਾਂ ਨੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ, ਉਹ ਸਹਿਜਧਾਰੀ ਬਿਲਕੁਲ ਵੋਟਰ ਨੇ। ਇਹਦੇ ਚ ਕਿਤੇ ਕੋਈ ਰੋਕ ਨਹੀਂ ਹੈਗੀ। ਸਹਿਜਧਾਰੀ ਵੋਟਾਂ ਪਾਉਣਗੇ, ਪਰ ਗੁਰਸਿੱਖ ਸਹਿਜਧਾਰੀ ਜਿਨ੍ਹਾਂ ਨੇ ਮਤਲਬ ਅੰਮ੍ਰਿਤ ਨਹੀਂ ਛਕਿਆ ਲੇਕਿਨ ਰੋਮਾਂ ਦੀ ਬੇਅਦਬੀ ਨਹੀਂ ਕਰਦੇ, ਕੇਸਾਧਾਰੀ ਨੇ, ਉਹ ਵੋਟਾਂ ਪਾਉਣਗੇ ਔਰ ਉਹ ਹੈਗੇ ਸਹਿਜਧਾਰੀ ਨੇ। ਸੋ ਇਹ ਕਨਫਿਊਜ਼ਨ ਜਿਹੜਾ ਦੂਰ ਕਰਨਾ ਮੈਂ ਥੋੜਾ ਜਿਹਾ ਕਲੀਅਰ ਕਰਾਂ। ਮੈਨੂੰ ਲੱਗਦਾ ਕਿ ਬਹੁਤ ਸਾਰੇ ਸ਼ਾਇਦ ਲੋਕਾਂ ਨੂੰ ਵੀ ਇਸ ਗੱਲ ਬਾਰੇ ਬਹੁਤ ਕਲੀਅਰ ਨਾ ਹੋਣ। ਬਿਲਕੁਲ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਪਰ ਉਹਨਾਂ ਨੇ ਜਿਹੜੇ ਦਾੜੀ ਦਾ ਪ੍ਰਕਾਸ਼ ਕੀਤਾ ਹੋਇਆ ਜਾਂ ਕੇਸ ਰੱਖੇ ਹੋਏ ਨੇ, ਉਹ ਸਹਿਜਧਾਰੀ ਗਿਣਦੇ ਹੋ ਤੁਸੀਂ? ਬਿਲਕੁਲ ਸਹਿਜਧਾਰੀ ਨੇ ਉਹ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਔਰ ਉਹ ਪਤਿਤ ਨਹੀਂ ਹਨ। ਠੀਕ ਹੈ, ਜਿਨ੍ਹਾਂ ਨੇ ਰੋਮ ਕੱਟ ਵੀ ਲਏ ਉਹ ਪਤਿਤ ਨਹੀਂ ਹਨ, ਕਿਉਂਕਿ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ। ਜਿਹੜਾ ਅੰਮ੍ਰਿਤ ਛਕ ਕੇ ਅੰਮ੍ਰਿਤ ਭੰਗ ਕਰਦਾ ਉਹ ਪਤਿਤ ਹੈ। ਨਹੀਂ, ਉਹ ਤਾਂ ਸਰ ਜਿਹੜਾ ਹੁਣ ਨਵਾਂ ਨੋਟੀਫਿਕੇਸ਼ਨ ਹੈ ਉਸ ਦੇ ਵਿੱਚ ਜ਼ਿਕਰ ਹੈ ਕਿ ਜੇਕਰ ਕੇਸ ਕੱਟੇ ਹੋਏ ਨੇ, ਕੋਈ ਟ੍ਰੇਨਿੰਗ ਕਰਦਾ ਤਾਂ ਨਹੀਂ ਵੋਟ ਆਪਣਾ ਬਣਵਾ ਸਕਦਾ। ਉਹਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹਨੇ ਰੋਮਾਂ ਦੀ ਬੇਅਦਬੀ ਕਰ ਲਈ ਉਹ ਵੋਟ ਨਹੀਂ ਬਣਾਏਗਾ। ਜਿਹੜਾ ਤੰਬਾਕੂ ਦਾ ਸੇਵਨ ਕਰਦਾ ਉਹ ਵੋਟ ਨਹੀਂ ਬਣਾ ਸਕਦਾ। ਜਿਹੜਾ ਸ਼ਰਾਬ ਦਾ ਸੇਵਨ ਕਰਦਾ ਉਹ ਵੋਟ ਨਹੀਂ ਬਣਾ ਸਕਦਾ। ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈਗਾ। ਠੀਕ ਹੈ, ਉਹ ਇਹਨਾਂ ਦੇ ਨੋਰਮਸ ਬਣਾਏ ਹੋਏ ਆ ਗੁਰਦੁਆਰਾ ਕਮਿਸ਼ਨ ਦੇ। ਬਟ ਸਾਡੀ ਬੇਨਤੀ ਜੋ ਹਾਈ ਕੋਰਟ ਜਾਂ ਈਵਨ ਸੈਂਟਰਲ ਗਵਰਨਮੈਂਟ ਜਾਂ ਈਵਨ ਐਸਜੀਪੀਸੀ ਕੋਲ ਹੈ ਕਿ ਤੁਹਾਡੇ ਹੀ ਬੱਚੇ ਨੇ, ਇਹ ਤੁਹਾਡੇ ਪਰਿਵਾਰਾਂ 'ਚ ਪੈਦਾ ਹੋਏ ਨੇ। ਜੇ ਅੱਜ ਇਹ ਰਹਿਤਧਾਰੀ ਨਹੀਂ ਹਨ ਤਾਂ ਤੁਸੀਂ ਇਹ ਨਾ ਕਹੋ ਕਿ ਇਹ ਸਿੱਖ ਨਹੀਂ ਹਨ। ਇਹਨਾਂ ਨੂੰ ਪੰਥ ਦੇ ਨਾਲ ਜੋੜੋ, ਕੋਈ ਤਰੀਕਾ ਕੱਢੋ। ਇਹ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਆਪਾਂ ਗਰੇਵਾਲ ਸਾਹਿਬ ਦਾ ਰੁਖ ਕਰਦੇ ਹਾਂ। ਗਰੇਵਾਲ ਸਾਹਿਬ, ਥੋੜਾ ਜਿਹਾ ਜੇ ਹੋਰ ਤੁਸੀਂ ਕਨਫਿਊਜ਼ਨ ਦੂਰ ਕਰ ਸਕੋ। ਮੈਂ ਕਨਫਿਊਜ਼ਨ ਵਰਡ ਇਸਤੇਮਾਲ ਕੀਤਾ, ਸ਼ਾਇਦ ਤੁਹਾਨੂੰ ਇਸ ਤੇ ਵੀ ਇਤਰਾਜ਼ ਹੋਵੇ, ਪਰ ਬਹੁਤ ਸਾਰੇ ਲੋਕ ਦੁਚਿੱਤੀ ਦੇ ਵਿੱਚ ਹੋਣਗੇ ਕਿ ਮੈਂ ਵੋਟ ਬਣਵਾ ਸਕਦਾ ਹਾਂ ਜਾਂ ਨਹੀਂ ਬਣਵਾ ਸਕਦਾ। ਕੌਣ ਵੋਟ ਬਣਵਾ ਸਕਦਾ ਹੈ? ਕਿਉਂਕਿ ਜੋ ਅਸੀਂ ਨੋਟੀਫਿਕੇਸ਼ਨ ਪੜ੍ਹ ਰਹੇ ਸੀ ਉਸ ਦੇ ਵਿੱਚ 21 ਸਾਲ ਦੀ ਉਮਰ ਤੇ ਨਾਲੇ ਮੈਂਸ਼ਨ ਕੀਤਾ ਗਿਆ ਸੀ ਕਿ ਉਹ ਦਾੜੀ ਕੇਸ ਨਾ ਕਟਵਾਉਂਦਾ ਹੋਵੇ ਤੇ ਕੁਝ ਸ਼ਰਾਬ ਸਿਗਰਟ ਦਾ ਜ਼ਿਕਰ ਕੀਤਾ ਗਿਆ ਸੀ, ਪਰ ਉੱਥੇ ਅੰਮ੍ਰਿਤਧਾਰੀ ਹੋਵੇ ਇਹ ਮੈਨੂੰ ਪੂਰੇ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਦਿਖਿਆ। ਦੇਖੋ ਰਾਣੂ ਜੀ, ਗੌਰਵ ਜੀ, ਗੱਲ ਰਾਣੂ ਜੀ ਨੇ ਕਾਫੀ ਕਲੀਅਰ ਕਰ ਦਿੱਤੀ ਹੈ ਜੀ ਕਿ ਜਿਹੜਾ ਫੈਸਲਾ ਹੁਣ ਹੋਇਆ ਇਸ ਫੈਸਲੇ ਦੇ ਲਈ ਰਾਣੂ ਜੀ ਕਹਿ ਰਹੇ ਆ ਕਿ ਉਹ ਤੁਹਾਡਾ ਸਿੱਖਾਂ ਦਾ ਅੰਗ ਨਹੀਂ ਹੈਗੇ, ਉਹਨਾਂ ਨੂੰ ਨਾਲ ਲਓ। ਕਿਹੜਾ ਬੰਦਾ ਕਹਿੰਦਾ ਤੇ ਸ਼੍ਰੋਮਣੀ ਕਮੇਟੀ ਨੇ ਕਦੋਂ ਕਿਹਾ ਕਿ ਉਹ ਸਾਡਾ ਹਿੱਸਾ ਨਹੀਂ ਹੈਗੇ? ਪਰ ਜਿਹੜੇ ਨੋਰਮਸ ਬਣਾ ਦਿੱਤੇ ਗਏ ਆ, ਜੋ ਇਲੈਕਸ਼ਨ ਕਮਿਸ਼ਨ ਨੇ ਬਣਾਏ ਆ, ਮੈਂ ਸਹਿਜਧਾਰੀ ਦੇ ਇਸ ਮਸਲੇ ਦੇ ਵਿੱਚ ਨਹੀਂ ਪੈਂਦਾ। ਕੋਈ ਸਹਿਜਧਾਰੀ ਦੀ ਪਰਿਭਾਸ਼ਾ ਕੀ ਦਿੰਦਾ, ਕੋਈ ਕੀ ਦਿੰਦਾ। ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੇ ਬੱਚੇ ਨੇ ਰੋਮਾਂ ਦੀ ਬੇਅਦਬੀ, ਬੰਦੇ ਨੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ ਤੇ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਨਹੀਂ ਕਰਦਾ, ਉਹ ਵੋਟ ਦਾ ਹੱਕਦਾਰ ਹੈ। ਕਲੀਅਰ ਹੈ। ਦੂਸਰੇ ਪਾਸੇ ਜੇ ਉਹ ਜਿਹੜੀ ਅੱਗੇ ਆਏਗੀ ਜਿਹਨੇ ਅੰਮ੍ਰਿਤ ਛਕਿਆ, ਅੰਮ੍ਰਿਤਧਾਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ, ਉਹ ਵੋਟਾਂ 'ਚ ਖੜ ਸਕਦਾ। ਉਹ ਗੱਲ ਅੱਗੇ ਆਏਗੀ। ਠੀਕ ਹੈ, ਅੱਜ ਤਾਂ ਸਾਡੇ ਕੋਲ ਕਲੀਅਰ ਹੈ, ਬੜਾ ਸੌਖਾ ਜਿਹਾ ਕੰਮ ਹੈ। ਮੈਂ ਇਹਨੂੰ ਸਹਿਜਧਾਰੀ ਦੇ ਮਾਮਲੇ 'ਚ ਉਲਝਾ ਦੇਵਾਂ, ਮੈਨੂੰ ਲੱਗਦਾ ਠੀਕ ਨਹੀਂ ਲੱਗੇਗਾ। ਸਹਿਜਧਾਰੀ ਦੀਆਂ ਪਰਿਭਾਸ਼ਾ ਰਾਣੂ ਜੀ ਦੀ ਆਪਣੀਆਂ, ਕਿਸੇ ਹੋਰ ਦੀ ਆਪਣੀਆਂ, ਤੇ ਜਿਹੜੀ ਇਹ ਕੋਰਟ ਦੀ ਗੱਲ ਕਰ ਰਹੇ ਆ, ਕੋਰਟ ਦੇ ਵਿੱਚ ਜਾਣ ਤੋਂ ਇਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ। ਕੋਰਟ ਜੋ ਫੈਸਲਾ ਕਰੇਗੀ, ਪਹਿਲਾਂ ਵੀ ਇਹ ਜਿਹੜੀ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਹੋਇਆ ਸੀ ਉਹਦਾ ਸਨਮਾਨ ਕੀਤਾ। ਸੋ ਮੈਂ ਰਾਣੂ ਜੀ ਨੂੰ ਬੇਨਤੀ ਇਹੀ ਕਰਾਂਗਾ ਕਿ ਰਾਣੂ ਜੀ, ਜੇ ਇਹ ਗੱਲ ਕਹੀ ਗਈ ਆ ਤੇ ਹਾਲੇ ਤਾਂ 6 ਮਹੀਨੇ ਲੱਗਦੇ ਆ ਵੋਟਾਂ ਨੂੰ, ਤੇ ਮੈਂ ਚਾਹਾਂਗਾ ਕਿ ਸਾਰੇ ਬੱਚਿਆਂ ਨੂੰ ਅਪੀਲ ਕਰਨ, ਰਾਣੂ ਜੀ ਵੀ ਉਹਦੇ ਵਿੱਚ ਸ਼ਾਮਲ ਹੋਣ।
ਇਹਦੇ 'ਚ ਕੀ ਗੁਨਾਹ ਹੋ ਜਾਏਗਾ ਜੇ ਰੋਮਾਂ ਦੀ ਬੇਅਦਬੀ ਕਰਨੀ ਬੰਦ ਕਰ ਦੇਣਗੇ। ਸੋ ਇਸ ਗੱਲ ਲਈ ਇੱਕ ਨਵਾਂ ਟੈਂਟਾ ਨਾ ਖੜਾ ਕਰੀਏ ਬੇਮਤਲਬਾ। ਸੋ ਤੁਹਾਨੂੰ ਵੀ ਬੇਨਤੀ ਹੈ, ਸਮੁੱਚੀ ਅਸੀਂ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਸਿੱਖੀ ਸਰੂਪ ਵਿੱਚ ਆਉਣਾ ਕਿਹੜਾ ਗੁਨਾਹ ਕੋਈ। ਸੋ ਉਹਨਾਂ ਨੂੰ ਅਸੀਂ ਹੱਥ ਬੰਨ੍ਹ ਕੇ ਅਪੀਲ ਵੀ ਕਰਾਂਗੇ, ਅਸੀਂ ਇਸ਼ਤਿਹਾਰ ਵੀ ਲਾਵਾਂਗੇ, ਅਸੀਂ ਉਹਨਾਂ ਨੂੰ ਸਾਰੇ ਥਾਵਾਂ ਤੋਂ ਪਹਿਲਾਂ ਵੀ ਅਪੀਲ ਕਰਦੇ ਹਾਂ, ਗਾਂਹ ਵੀ ਕਰਾਂਗੇ ਕਿ ਇਸ ਵਿਵਾਦ ਨੂੰ ਅਸੀਂ ਖਤਮ ਕਰੀਏ। ਕਿ ਜਦੋਂ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਰੋਮਾਂ ਦੀ ਬੇਅਦਬੀ ਨਾ ਕਰੋ, ਤੇ ਉਸ ਲਈ ਅਸੀਂ ਵੋਟ ਦੇ ਅਧਿਕਾਰ ਹੀ ਬਣ ਸਕਦੇ ਹਾਂ। ਤੇ ਰਾਣੂ ਜੀ ਨੂੰ ਕਿਹਨੇ ਰੋਕਿਆ ਵੀ ਰੋਮਾਂ ਦੀ ਬੇਅਦਬੀ ਜਿਹੜੀ ਆ ਉਹ ਜੀ ਜਵਾਬ ਲੈਣਾ ਰਾਣੂ ਜੀ। ਦੇਖੋ ਗਰੇਵਾਲ ਸਾਹਿਬ, ਮੈਂ ਛੋਟਾ ਜਿਹਾ ਇੱਕ ਵਾਰੀ ਫਿਰ ਤੁਹਾਨੂੰ ਮਾਫੀ ਚਾਹੁੰਦਾ ਕਿ ਰੋਕ ਰਹੇ ਹਾਂ, ਥੋੜਾ ਇਹ ਵੀ ਦਰਸ਼ਕਾਂ ਨੂੰ ਸਮਝਾ ਦਿਓ ਕਿ ਕਿਉਂਕਿ ਜੇ ਤੁਸੀਂ ਜੋ ਜ਼ਿਕਰ ਕਰ ਰਹੇ ਹੋ ਫਿਰ ਤਾਂ ਵਿਵਾਦ ਖਤਮ ਹੋ ਗਿਆ ਕਿ ਜਿਨ੍ਹਾਂ ਨੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ ਉਹ ਤਾਂ ਵੋਟ ਪਾਉਣ ਦਾ ਅਧਿਕਾਰ ਰੱਖਦੇ ਨੇ। ਇਹੀ ਪੂਰਾ ਕਨਫਿਊਜ਼ਨ ਸੀ, ਦੂਰ ਹੋ ਗਿਆ। ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਖਾਸ ਕਰਕੇ ਜਿਹੜੀਆਂ ਬੀਬੀਆਂ ਬਿਊਟੀ ਪਾਰਲਰ ਜਾਂਦੀਆਂ ਨੇ ਉਹ ਰੋਮਾਂ ਦੀ ਬੇਅਦਬੀ ਕਰਦੀਆਂ ਨੇ, ਕੀ ਤੁਸੀਂ ਉਹਨਾਂ ਨੂੰ ਵੋਟਰ ਬਣਾਓਗੇ ਕਿ ਨਹੀਂ ਬਣਾਓਗੇ, ਇਹ ਵੀ ਐਸਜੀਪੀਸੀ ਕਲੀਅਰ ਕਰੇ। ਅਗਰ ਤੁਸੀਂ ਉਹਨਾਂ ਨੂੰ ਵੋਟਰ ਨਹੀਂ ਬਣਾਉਂਦੇ ਤਾਂ ਫਿਰ ਉਹ ਵੀ ਤਾਂ ਸਹਿਜਧਾਰੀ ਸਿੱਖ ਨੇ ਜੀ, ਉਹਨਾਂ ਨੂੰ ਵੀ ਤੁਸੀਂ ਬਾਹਰ ਕੱਢਤਾ। ਇਹਦਾ ਮਤਲਬ ਤਾਂ ਇਹ ਹੋਇਆ ਕਿ 15% ਜਿਹੜੇ ਵੋਟਰ ਨੇ ਉਹ ਪੌਣੇ 2 ਕਰੋੜ ਸਿੱਖ ਆਬਾਦੀ ਚੋਂ ਤੁਹਾਡੇ ਕੋਲ ਮਸਾਂ ਹੀ, ਅਗਰ ਇਸ ਐਂਗਲ ਤੋਂ ਇਹਨੂੰ ਵਾਚ ਕਰਕੇ ਵੋਟਾਂ ਬਣੀਆਂ ਇਸ ਵਾਰੀ, ਅਸੀਂ ਪਹਿਰਾ ਵੀ ਦੇਵਾਂਗੇ ਇਸ ਗੱਲ ਤੇ, ਅਸੀਂ ਕਲੀਅਰ ਕਰਾਂਗੇ ਤੁਹਾਨੂੰ ਇਹ ਗੱਲ। ਮੈਂ ਗਰੇਵਾਲ ਸਾਹਿਬ ਦੀ ਗੱਲ ਨਾਲ ਸਹਿਮਤ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਪ੍ਰੇਰਿਤ ਕਰੀਏ ਬੱਚਿਆਂ ਨੂੰ ਕਿ ਕੇਸਾਧਾਰੀ ਹੋਵੋ, ਰੋਮਾਂ ਦੀ ਬੇਅਦਬੀ ਨਾ ਕਰੋ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਪਰ ਜੇ ਇੱਥੇ ਅਸੀਂ ਇਹ ਗੱਲ ਕਹੀਏ ਕਿ ਜਿਹੜੇ ਬੱਚੇ ਬਿਊਟੀ ਪਾਰਲਰ ਜਾਂਦੀਆਂ ਨੇ ਜਾਂ ਨਾਈ ਕੋਲ ਜਾਂਦੇ ਨੇ ਬੱਚੇ, ਤੇ ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਇਹ ਸਿੱਖ ਨਹੀਂ ਹਨ ਜਾਂ ਇਹ ਵੋਟਰ ਨਹੀਂ ਬਣ ਸਕਦੇ, ਜਦੋਂ ਨਾਰਮਲ ਵੋਟਾਂ ਹੁੰਦੀਆਂ ਨੇ ਉਸ ਟਾਈਮ ਤੇ ਪੰਥ ਨੂੰ ਉਹਨਾਂ ਦੀ ਵੋਟ ਦੀ ਲੋੜ ਹੁੰਦੀ ਹੈ, ਔਰ ਜਦੋਂ ਐਸਜੀਪੀਸੀ ਦੇ ਇਲੈਕਸ਼ਨਾਂ ਨੇ ਉਦੋਂ ਉਹ ਗੈਰ ਪੰਥਕ ਨੇ। ਤੁਸੀਂ ਇਸ ਪੁਆਇੰਟ ਦੇ ਉੱਤੇ ਹੋ ਕਿ ਜਿਹੜੇ ਟ੍ਰਿਮਿੰਗ ਕਰਵਾ ਰਹੇ ਨੇ ਉਹਨਾਂ ਨੂੰ ਵੀ ਵੋਟ ਹੱਕ ਦਾ ਇਸਤੇਮਾਲ ਦੇ ਦਿਓ। ਨਹੀਂ, ਮੈਂ ਇਹ ਗੱਲ ਕਹਾਂਗਾ ਜੀ ਕਿ ਜਿਸ ਤਰ੍ਹਾਂ ਪਹਿਲਾਂ ਐਸਜੀਪੀਸੀ ਦੇ ਵਿੱਚ ਸਹਿਜਧਾਰੀ ਸਿੱਖ ਵੋਟ ਪਾਉਂਦੇ ਸੀ ਉਹ ਉਵੇਂ ਜਿਵੇਂ ਰਹਿਣਾ ਚਾਹੀਦਾ ਸੀ, ਔਰ ਖਾਲਸਾ ਜਿਹੜਾ ਹੈਗਾ ਅੰਮ੍ਰਿਤਧਾਰੀ ਸਿੰਘ ਜਿਹੜਾ ਉਹਨੂੰ ਹੀ ਚੋਣ ਲੜਨ ਦਾ ਅਧਿਕਾਰ ਹੋਣਾ ਚਾਹੀਦਾ। ਉਹ ਤਾਂ ਹੈਗਾ ਹੀ ਆ, ਸੈਕਸ਼ਨ 45 ਦੇ ਵਿੱਚ ਉਹ ਸੇਫਗਾਰਡ ਹੈ। ਜਾਂ ਫਿਰ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਹੈ ਉੱਥੇ ਇਹਨਾਂ ਨੇ ਫੋਟੋ ਆਈਡੀ ਕਾਰਡ ਬਣਾਏ ਆ, ਔਰ ਮੇਰੇ ਖਿਆਲ ਦੇ ਵਿੱਚ ਫੋਟੋ ਆਈਡੀ ਕਾਰਡ ਨੇ ਜਿਹਦੇ ਚ ਉਹਦੇ ਚ ਜਿਹੜੀ ਸੂਰਤ ਹੈ, ਸਾਬਤ ਸੂਰਤ ਹੈ, ਉਹ ਵੀ ਉਹਦੇ ਤੇ ਕਲੀਅਰ ਕੀਤੀ ਗਈ ਹੈ। ਸੋ ਇਸ ਤਰ੍ਹਾਂ ਦਾ ਤਰੀਕਾ ਵੀ ਅਪਣਾਉਣਾ ਚਾਹੀਦਾ। ਇਹਦੇ ਵਿੱਚ ਬੜੇ ਵੱਡੇ ਫਲॉज ਆਉਣਗੇ ਤੁਹਾਡੇ ਸਾਹਮਣੇ ਜਦੋਂ ਵੋਟਾਂ ਬਣਨਗੀਆਂ, ਉਸ ਵੇਲੇ ਤੁਸੀਂ ਦੇਖ ਲੈਣਾ ਪਿਛਲੀਆਂ ਜਿਹੜੀਆਂ 2011 ਤੋਂ ਪਹਿਲਾਂ ਵੋਟਾਂ ਬਣੀਆਂ ਸੀ ਉਹਦੇ ਵਿੱਚ ਹਿੰਦੂਆਂ ਦੀਆਂ ਵੋਟਾਂ ਬਣੀਆਂ, ਲੇਡੀਜ਼ ਦੀਆਂ ਖਾਸ ਕਰਕੇ, ਕਿ ਜੀ ਚਲੋ ਇਹਨਾਂ ਨੇ ਕੇਸ ਰੱਖੇ ਹੋਏ ਨੇ ਇਹਨਾਂ ਦੀਆਂ ਸਹਿਜਧਾਰੀ 'ਚ ਵੋਟਾਂ ਬਣਾ ਦਿਓ। ਇਸ ਤਰ੍ਹਾਂ ਦੇ ਕੇਸਿਸ ਸਾਹਮਣੇ ਆਏ ਸੀ ਜਿਨ੍ਹਾਂ ਤੇ ਅਸੀਂ ਖੁਦ ਬੀਇੰਗ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਾਡੀ ਪਾਰਟੀ, ਸਾਡੀ ਆਰਗੇਨਾਈਜੇਸ਼ਨ ਨੇ ਉਹਨਾਂ ਤੇ ਆਬਜੈਕਸ਼ਨ ਕੀਤਾ। ਕਿਉਂਕਿ ਦੇਖੋ ਇੱਕ ਕਲੀਅਰ ਗੱਲ ਹੈ ਕਿ ਪਹਿਲੀ ਗੱਲ, ਜਿਹੜਾ ਵਿਅਕਤੀ ਹਿੰਦੂ ਹੈ ਜਾਂ ਹੋਰ ਧਰਮ ਦਾ ਵਿਅਕਤੀ ਹੈ ਉਹਨੂੰ ਅਸੀਂ ਸਿੱਖ ਨਹੀਂ ਮੰਨ ਸਕਦੇ ਹੈਗੇ, ਉਹ ਸਹਿਜਧਾਰੀ ਸਿੱਖ ਵੀ ਨਹੀਂ ਹੈਗਾ, ਉਹ ਤਾਂ ਸਿੱਖ ਹੀ ਨਹੀਂ ਹੈਗਾ। ਸਭ ਤੋਂ ਪਹਿਲਾਂ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂਆਂ ਨੂੰ ਮੰਨੇ, ਹੋਰ ਉਹਦਾ ਕੋਈ ਧਰਮ ਨਾ ਹੋਵੇ। ਆਹ ਗੱਲ ਮੈਂ ਤੁਹਾਡੇ ਚੈਨਲ ਤੋਂ ਕਲੀਅਰ ਕਰਨਾ ਚਾਹੁੰਦਾ ਕਿ ਡੈਫੀਨੇਸ਼ਨ ਦੇ ਵਿੱਚ ਲਿਖਿਆ ਕਿ ਹੋਰ ਉਹਦਾ ਕੋਈ ਧਰਮ ਨਹੀਂ ਹੈ, ਹੀ ਹੈਜ਼ ਨੋ ਅਦਰ ਰਿਲੀਜਨ। ਹੁਣ ਜਿਹਦਾ ਹੋਰ ਕੋਈ ਧਰਮ ਨਹੀਂ, ਜਿਵੇਂ ਮੈਂ ਆ, ਮੇਰਾ ਧਰਮ ਸਿਰਫ ਗੁਰੂ ਗ੍ਰੰਥ ਸਾਹਿਬ ਔਰ 10 ਗੁਰੂ ਨੇ, ਤਾਂ ਅਸੀਂ ਇਹ ਨਹੀਂ ਹੈ ਕਿ ਅਸੀਂ ਸਿੱਖ ਨਹੀਂ ਆ, ਸਿੱਖ ਤਾਂ ਅਸੀਂ ਹੈਗੇ ਆ, ਹਾਂ ਅਸੀਂ ਅੰਮ੍ਰਿਤਧਾਰੀ ਖਾਲਸੇ ਨਹੀਂ ਹੈਗੇ। ਸੋ ਅੰਮ੍ਰਿਤਧਾਰੀ ਖਾਲਸੇ ਦਾ ਸਵਾਗਤ ਹੈ, ਉਹ ਸਾਡਾ ਐਸਜੀਪੀਸੀ ਦਾ ਮੈਂਬਰ ਬਣੇ। ਬਾਕੀ ਦੇ ਨੂੰ ਤਾਂ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ। ਜੇ ਅਸੀਂ ਮਰਦਮਸ਼ੁਮਾਰੀ ਸਿੱਖ ਠੋਕ ਕੇ ਕਹਿੰਦੇ ਆ ਕਿ ਅਸੀਂ ਸਿੱਖ ਹੈ ਤੇ ਸਾਨੂੰ ਵੋਟ ਦਾ ਹੱਕ ਵੀ ਹੋਣਾ ਚਾਹੀਦਾ। ਇਹ ਬਹੁਤ ਚਿੰਤਾ ਦਾ ਵਿਸ਼ੇ ਹੈ। ਸਿੱਧੇ ਸ਼ਬਦਾਂ 'ਚ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਕੌਰ ਲੱਗਿਆ ਹੈ। ਨਹੀਂ, ਸਿੰਘ ਤੇ ਵੀ ਮੈਂ ਇੱਕ ਗੱਲ ਕਵਾਂਗਾ, ਬਿਹਾਰ ਦੇ ਵਿੱਚ ਸਿੱਖ ਫੈਮਿਲੀ ਦੇ ਨਾਲ, ਹਾਂ ਯੈਸ, ਸਿੱਖ ਫੈਮਿਲੀ ਨਾਲ ਬਿਲੋਂਗ ਹੋਣ, ਉਹਨਾਂ ਦੇ ਸਿਬਲਿੰਗਸ ਜਿਹੜੇ ਨੇ, ਪੇਰੈਂਟਸ ਜਿਹੜੇ ਨੇ ਉਹ ਸਿੱਖ ਨੇ, ਤਾਂ ਫਿਰ ਉਹਨਾਂ ਨੂੰ ਅਧਿਕਾਰ ਹੋਣਾ ਚਾਹੀਦਾ। ਠੀਕ ਹੈ, ਚਲੋ ਇੱਕ ਹੋਰ ਇੰਟਰਸਟਿੰਗ ਚੀਜ਼ ਇਹ ਹੈ, ਮੈਂ ਪੂਰਾ ਨੋਟੀਫਿਕੇਸ਼ਨ ਪੜ੍ਹ ਰਿਹਾ ਸੀ, ਗਰੇਵਾਲ ਸਾਹਿਬ, ਰਾਣੂ ਜੀ ਔਰ ਭੋਮਾ ਜੀ ਤੁਸੀਂ ਵੀ ਪੜ੍ਹਿਆ ਹੋਏਗਾ, ਸੋਈ ਸਾਹਿਬ ਨੇ ਵੀ ਪੜ੍ਹਿਆ ਹੋਏਗਾ, ਉਸ ਦੇ ਵਿੱਚ ਸਪੈਸੀਫਿਕਲੀ ਬੀਬੀਆਂ ਬਾਰੇ ਕੋਈ ਗੱਲ ਕੀਤੀ ਗਈ ਹੋਵੇ ਹੈ ਹੀ ਨਹੀਂ। ਉਸ ਦੇ ਵਿੱਚ ਕੋਈ ਚਰਚਾ ਹੀ ਨਹੀਂ ਕਿ ਕੌਣ ਮਹਿਲਾ ਵੋਟਰ ਬਣ ਸਕਦਾ ਹੈ, ਮਹਿਲਾ ਵੋਟਰ ਦੇ ਲਈ ਕੀ ਸ਼ਰਤਾਂ ਹੋਣਗੀਆਂ, ਸਪੈਸੀਫਿਕਲੀ ਉਸ ਦੇ ਵਿੱਚ ਕੋਈ ਜ਼ਿਕਰ ਕੀਤਾ ਹੀ ਨਹੀਂ ਗਿਆ ਪੂਰੇ ਨੋਟੀਫਿਕੇਸ਼ਨ ਦੇ ਵਿੱਚ। ਆਪਾਂ ਚਰਚਾ ਨੂੰ ਅੱਗੇ ਤੋੜਦੇ ਹਾਂ, ਅਗਲੇ ਪੁਆਇੰਟ ਦੇ ਵਾਲੇ ਪਾਸੇ ਵਧਦੇ ਹਾਂ, ਕਿਉਂਕਿ ਇੰਟਰਸਟਿੰਗ ਇਸ ਕਰਕੇ ਵੀ ਹੋ ਜਾਂਦਾ ਹੈ ਕਿਉਂਕਿ ਸਿਆਸੀ ਦਖਲਅੰਦਾਜ਼ੀ ਦੇ ਇਲਜ਼ਾਮ ਲੱਗਦੇ ਰਹੇ ਨੇ। ਮੈਂ ਸੋਈ ਸਾਹਿਬ ਦਾ ਰੁਖ ਕਰਦਾ ਹਾਂ। ਸੋਈ ਸਾਹਿਬ, ਬੀਜੇਪੀ ਇਹਨਾਂ ਇਲੈਕਸ਼ਨ ਦੇ ਵਿੱਚ ਕਿਹੋ ਜੀ ਭੂਮਿਕਾ ਨਿਭਾ ਸਕਦੀ ਹੈ? ਤਾਂ ਤੁਸੀਂ ਕਹੋਗੇ ਨਹੀਂ ਜੀ ਬੀਜੇਪੀ ਤਾਂ ਬਿਲਕੁਲ ਬਾਹਰ ਹੈ, ਪਰ ਤੁਹਾਡੇ ਉੱਤੇ ਖਾਸ ਤੌਰ ਤੇ ਪਿੱਛੇ ਜਦੋਂ ਪ੍ਰਧਾਨਗੀ ਦੀ ਇਲੈਕਸ਼ਨ ਹੋਈ, ਬੀਬੀ ਜਗੀਰ ਕੌਰ ਖੜੇ, ਇਕਬਾਲ ਸਿੰਘ ਲਾਲਪੁਰਾ ਦਾ ਨਾਮ ਖੂਬ ਚਰਚਾ ਦੇ ਵਿੱਚ ਰਿਹਾ, ਇਲਜ਼ਾਮ ਲੱਗੇ ਕਿ ਤੁਸੀਂ ਪੂਰੀ ਲੌਬਿੰਗ ਬੀਬੀ ਜਗੀਰ ਕੌਰ ਦੇ ਲਈ ਕਰ ਰਹੇ ਸੀ, ਐਸਜੀਪੀਸੀ ਦੇ ਮੈਂਬਰਾਂ ਨੂੰ ਫੋਨ ਕਰ ਰਹੇ ਸੀ। ਜੇ ਚੋਣਾਂ ਜਲਦ ਹੋਣ ਜਾ ਰਹੀਆਂ ਨੇ ਤਾਂ ਉਸ ਸਮੇਂ ਬੀਜੇਪੀ ਦਾ ਕੀ ਸਟੈਂਡ ਰਹੇਗਾ? ਦੇਖੋ ਗੁਰਵ ਜੀ, ਬੀਜੇਪੀ ਨੇ ਕਦੀ ਵੀ ਧਰਮ ਦੇ ਨਾਂ ਤੇ ਸਿਆਸਤ ਨਾ ਕੀਤੀ ਹੈ ਤੇ ਨਾ ਬੀਜੇਪੀ ਨੂੰ ਕੋਈ ਇੰਟਰਸਟ ਹੈ ਧਰਮ ਦੇ ਨਾਂ ਤੇ ਸਿਆਸਤ ਕਰਨ ਦਾ। ਜਿੱਥੋਂ ਤੱਕ ਬੀਜੇਪੀ ਦੇ ਜਿਹੜੇ ਵੀ ਆਗੂ ਸਿੱਖ ਨੇ ਤੇ ਸਿੱਖ
ਮਰਿਆਦਾ ਤੇ ਸਿੱਖ ਰਹਿਤ ਮਰਿਆਦਾ ਦੇ ਨਾਲ ਉਹ ਵਿਚਰਦੇ ਨੇ, ਉਹਨਾਂ ਨੂੰ ਪੂਰਾ ਹੱਕ ਹੈਗਾ ਕਿ ਉਹ ਚੋਣਾਂ ਦੇ ਵਿੱਚ ਆਪਣੇ ਮਤਦਾਨ ਦਾ ਪ੍ਰਯੋਗ ਕਰਨ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਹਰ ਬੰਦੇ ਨੂੰ ਹੱਕ ਹੈਗਾ ਕਿ ਜੇ ਡੈਮੋਕ੍ਰੈਟਿਕ ਤਰੀਕੇ ਨਾਲ ਇਲੈਕਸ਼ਨ ਹੋ ਰਹੇ ਨੇ ਤੇ ਗੁਰਦੁਆਰਾ ਕਮਿਸ਼ਨ ਇਹਨੂੰ ਇਲੈਕਸ਼ਨ ਕਰਾ ਰਿਹਾ ਹੈ, ਉਹਦੇ ਵਿੱਚ ਜਿਹੜਾ ਬੰਦਾ ਵੀ ਉਹ ਸ਼ਰਤਾਂ ਪੂਰੀਆਂ ਕਰਦਾ ਹੈ, ਇੱਕ ਵੋਟਰ ਬਣਨ ਦਾ, ਇੱਕ ਇਲੈਕਸ਼ਨ ਚ ਮੈਂਬਰ ਖੜੇ ਹੋਣ ਦਾ, ਉਹ ਬੰਦੇ ਨੂੰ ਰਾਈਟ ਹੈ, ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ। ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਚ ਸਾਨੂੰ ਧਰਮ ਦੇ ਨਾਂ ਤੇ ਬੀਜੇਪੀ ਪਾਸੇ ਐਜ਼ ਅ ਪਾਰਟੀ ਜਿਹੜੀ ਹੈ ਉਹ ਇਹਦੀਆਂ ਚੋਣਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰੇਗੀ। ਆ ਸਿੱਖ ਪੰਥ ਦੀ ਚੋਣ ਹੈਗੀ ਆ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀ ਚੋਣ ਹੈ, ਤੇ ਮਿੰਨੀ ਪਾਰਲੀਮੈਂਟ ਦੀ ਚੋਣ ਜਦੋਂ ਹੁੰਦੀ ਹੈ ਨਾ, ਸਾਰਾ ਸਿੱਖ ਜਗਤ ਇਹਨੂੰ ਦੇਖ ਰਿਹਾ ਹੈ ਕਿ ਸਾਡੀ ਗੁਰੂ ਧਾਮਾਂ ਦੀ ਜਿਹੜੀ ਸਾਜ਼ ਸੰਭਾਲ ਹੈਗੀ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾਵੇ, ਕਿਉਂਕਿ ਪਿਛਲੇ ਸਮੇਂ ਦੌਰਾਨ ਬੜੀਆਂ ਕਨਵਰਸ਼ਨਸ ਹੋਈਆਂ ਗੌਰਵ ਜੀ। ਅਜੇ ਗਰੇਵਾਲ ਸਾਹਿਬ ਨੇ ਬੜਾ ਇਹਦੇ ਚ ਜ਼ੋਰ ਲਾਇਆ ਸੀਗਾ ਕਿ ਕਨਵਰਸ਼ਨ ਘਟਣ, ਤੇ ਇਹਨਾਂ ਦੇ ਇਲਾਕੇ 'ਚ ਕਨਵਰਸ਼ਨ ਘਟੀਆਂ ਵੀ ਨੇ, ਲੇਕਿਨ ਕਈ ਜਗ੍ਹਾ ਤੇ ਪੰਜਾਬ ਦੇ ਵਿੱਚ ਇੰਨੀਆਂ ਕਿ ਕਨਵਰਸ਼ਨ ਹੋਈਆਂ ਨੇ, ਉਹਦੇ ਵੱਲ ਸਾਨੂੰ ਦੇਣਾ ਪੈਣਾ। ਸਾਨੂੰ ਆਪਣੇ ਧਰਮ ਪ੍ਰਚਾਰ ਵੱਲ ਜਿਹੜੇ ਸਾਡੇ ਗੁਰੂ ਸਿੱਖ ਜਿਹੜੇ ਸਿੱਖ ਧਰਮ ਤੋਂ ਪਿੱਛੇ ਹਟ ਗਏ ਨੇ, ਜਿਵੇਂ ਰਾਣੂ ਜੀ ਕਹਿ ਰਹੇ ਸੀਗੇ ਕਿ ਅੱਜ ਜੇ ਕੋਈ ਕੇਸਾਂ ਦੀ ਬੇਅਦਬੀ ਕਰਦਾ ਹੈ, ਜੇ ਕੋਈ ਕੇਸ ਕਟਾਉਂਦਾ ਨਾਈ ਦੇ ਕੋਲ ਜਾਂਦਾ ਹੈ, ਤੇ ਉਹਨੂੰ ਨੈਚੁਰਲੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇੱਕ ਸਿੱਖ ਖਾਵਨ ਦਾ ਵੀ ਉਹਨੂੰ ਕੋਈ ਇਖਤਿਆਰ ਹੋਣਾ ਚਾਹੀਦਾ। ਬਾਕੀ ਫਿਰ ਮੈਂ ਤੁਹਾਨੂੰ ਇੱਕ ਤੁਹਾਡੇ ਚੈਨਲ ਰਾਹੀਂ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਬੀਜੇਪੀ ਇਹਨਾਂ ਚੋਣਾਂ ਦੇ ਵਿੱਚ ਐਜ਼ ਅ ਪਾਰਟੀ ਇਜ਼ ਨੋਟ ਇੰਟਰਸਟਿਡ। ਆ ਸਿੱਖ ਪੰਥ ਦੀ ਚੋਣ ਹੈ, ਤੇ ਸਿੱਖ ਰਵਾਇਤਾਂ ਦੇ ਨਾਲ, ਤੇ ਜਿਹੜੀ ਐਸਜੀਪੀਸੀ 1920 ਚ ਬਣੀ ਸੀਗੀ, 25 ਚ ਪਹਿਲੀ ਵਾਰੀ ਚੋਣ ਹੋਈ ਸੀ, ਉਹਦੀਆਂ ਰਵਾਇਤਾਂ ਦੇ ਨਾਲ ਹੀ ਇਹਨੂੰ ਲੜੀ ਜਾਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਆ ਜਿਹੜੇ ਸਿੱਖ ਪੰਥ ਦੇ ਨੁਮਾਇੰਦੇ ਨੇ ਜਿਹੜੇ ਬਣਨਗੇ ਨਵੇਂ ਨੁਮਾਇੰਦੇ, ਉਹ ਪੂਰਾ ਦਿਮਾਗ 'ਚ ਰੱਖਣਗੇ ਕਿ ਬੇਅਦਬੀਆਂ ਨਾ ਹੋਣ, ਕਨਵਰਸ਼ਨਸ ਨਾ ਹੋਣ, ਤੇ ਜਿਹੜੇ ਸਾਡੇ 328 ਸਰੂਪ ਦਾ ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ, ਆ ਸਾਰੀਆਂ ਚੀਜ਼ਾਂ ਦੇਖਣ ਵਾਲੀ ਗੱਲ ਹੋਣੀ ਹੈ। ਚੋਣਾਂ ਦੇ ਮੁੱਦੇ ਵੀ ਗੁਰਵਿਆ ਹੋਣੇ। ਮੈਂ ਪੋਮਾ ਦਾ ਰੁਕ ਕਰਦਾ, ਉਸ ਤੋਂ ਬਾਅਦ ਮੈਂ ਰਿਐਕਸ਼ਨ ਲਵਾਂਗਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ, ਉਸ ਤੋਂ ਬਾਅਦ ਗਰੇਵਾਲ ਸਾਹਿਬ ਤੋਂ ਰਿਐਕਸ਼ਨ ਲਵਾਂਗੇ। ਪੋਮਾ ਜੀ, ਇਹਨਾਂ ਇਲੈਕਸ਼ਨਸ ਦੇ ਵਿੱਚ ਕੀ ਧਰਮ ਪਰਿਵਰਤਨ ਜਿਸ ਦਾ ਜ਼ਿਕਰ ਕਰ ਰਹੇ ਸੀ ਉਹ ਇੱਕ ਵੱਡਾ ਮੁੱਦਾ ਰਹਿ ਸਕਦਾ ਹੈ? ਮੈਂ ਪਿਛਲੇ 10-12 ਸਾਲ ਦਾ ਜ਼ਿਕਰ ਕਰ ਰਿਹਾ ਸੀ ਕਿ ਆਪਾਂ ਬੇਅਦਬੀ ਲਫ਼ਜ਼ ਬਹੁਤ ਵਾਰ ਸੁਣਿਆ, 2015 ਚ ਜੋ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਵੀ ਬਹੁਤ ਵਾਰੀ ਬੇਅਦਬੀਆਂ ਦੀ ਘਟਨਾਵਾਂ ਵਾਪਰੀਆਂ ਨੇ, ਤੇ ਇੱਕ ਧਰਮ ਪਰਿਵਰਤਨ ਦਾ ਮੁੱਦਾ ਵੀ ਬਹੁਤ ਵੱਡਾ ਰਿਹਾ ਪਿਛਲੇ ਕੁਝ ਸਮੇਂ ਦੇ ਵਿੱਚ। ਗੌਰਵ ਜੀ, ਧਰਮ ਪਰਿਵਰਤਨ ਦਾ ਮੁੱਦਾ ਬਰਗਾੜੀ ਬਾਈਬਲ ਕਾਂਡ ਜੀ 328 ਮਹਾਰਾਜ ਦੇ ਗੁੰਮ ਜਿਹੜੇ ਸਰੂਪ ਹੋਏ ਆ, ਇਹ ਮੁੱਦੇ ਜਿਹੜੇ ਆ ਸਾਰੇ ਇਹਨਾਂ ਚੋਣਾਂ ਦੇ ਵਿੱਚ ਹੈਵੀ ਰਹਿਣਗੇ ਜੀ। ਦੂਸਰੀ ਗੱਲ ਆ ਕਿ ਮੈਂ ਸਿੱਖ ਸੰਗਤਾਂ ਨੂੰ, ਖਾਸ ਕਰਕੇ ਰਾਗੀ ਢਾਡੀ ਸਿੱਖ ਪ੍ਰਚਾਰਕਾਂ ਨੂੰ, ਗ੍ਰੰਥੀ ਸਿੰਘਾਂ ਨੂੰ, ਪੰਥਕ ਦਰਦੀਆਂ ਨੂੰ ਇਹ ਅਪੀਲ ਕਰਦਾ ਕਿ ਜੋ ਆਪਾਂ ਇਹ ਇਲੈਕਸ਼ਨਾਂ ਸਿੱਖ ਕੌਮ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਨੇ ਉਡੀਕ ਰਹੀ ਸੀ ਜੀ, ਅੱਜ ਇਸ ਦੀ ਪ੍ਰਕਿਰਿਆ ਜਿਹੜੀ ਆ ਸ਼ੁਰੂ ਹੋ ਚੁੱਕੀ ਆ। ਆਪਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੇ ਸਿੱਖ ਪਤਤ ਨਹੀਂ ਹੈਗੇ, ਜਿਨ੍ਹਾਂ ਨੇ ਰੋਮਾਂ ਦੀ ਬੇਅਦਬੀ ਨਹੀਂ ਕਰਾਈ, ਆਪਾਂ ਆਪੋ ਆਪਣੇ ਪਿੰਡਾਂ 'ਚ, ਗਲੀ ਮੁਹੱਲਿਆਂ 'ਚ, ਕਸਬਿਆਂ 'ਚ, ਸ਼ਹਿਰਾਂ 'ਚ ਆਪਾਂ ਉਹਨਾਂ ਸਿੱਖਾਂ ਦੀਆਂ ਜਿਹੜੀਆਂ ਨੇ ਵੋਟਾਂ ਬਣਾਈਏ, ਤਾਂ ਜੋ ਜੇ ਆਪਾਂ ਸਹੀ ਵੋਟਾਂ ਬਣਾਵਾਂਗੇ ਤਾਂ ਹੀ ਆਪਾਂ ਸਹੀ ਲੀਡਰਸ਼ਿਪ ਦੀ ਜਿਹੜੀ ਆ ਚੋਣ ਕਰ ਸਕਦੇ ਹਾਂ। ਸਿੱਖ ਲੀਡਰਸ਼ਿਪ ਦੇ ਵਿੱਚ, ਖਾਲਸਾ ਪੰਥ ਦੀ ਲੀਡਰਸ਼ਿਪ ਦੇ ਵਿੱਚ ਇਸ ਸਮੇਂ ਇੱਕ ਬਹੁਤ ਵੱਡਾ ਜਿਹੜਾ ਵਾ ਖਲਾਅ ਜਿਹੜਾ ਵਾ ਚੱਲ ਰਿਹਾ ਵਾ ਜੀ। ਉਹ ਖਲਾਅ ਵੀ ਇਹਨਾਂ ਚੋਣਾਂ ਰਾਹੀਂ ਭਰਿਆ ਜਾਣਾ ਵਾ। ਜਿਵੇਂ ਪਿੱਛੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਇੱਕ ਪੰਜਾਬ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ ਚੁਣ ਕੇ ਤੀਸਰਾ ਜਿਹੜਾ ਵਾ ਫਰੰਟ ਜਿਹੜਾ ਵਾ ਆਮ ਪਾਰਟੀ ਆਈ ਆ। ਬਿਲਕੁਲ ਇਸੇ ਤਰ੍ਹਾਂ ਹੀ ਇਹਨਾਂ ਚੋਣਾਂ ਦੇ ਵਿੱਚ ਵੀ ਇੱਕ ਹੈਰਾਨੀਜਨਕ ਨਤੀਜੇ ਆਉਣੇ ਆ ਕਿ ਨੌਜਵਾਨ ਲੀਡਰਸ਼ਿਪ ਜਿਹੜੇ ਪੰਥਕ ਦਰਦੀ ਆ, ਜਿਹੜੇ ਪੰਥਕ ਸੋਚ ਨਾਲ ਪਰਨਾਏ ਹੋਏ ਆ, ਉਹ ਹੀ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਆ ਜਿੱਤਣੇ ਆ। ਜਿਨ੍ਹਾਂ ਬੰਦਿਆਂ ਦੀ ਪੰਥ ਪ੍ਰਤੀ ਕੋਈ ਕ੍ਰੈਡੀਬਿਲਿਟੀ ਨਹੀਂ ਆ, ਜਿਨ੍ਹਾਂ ਦੀ ਪੰਥ ਦੀ ਸੇਵਾ ਦੇ ਵਿੱਚ ਕੋਈ ਯੋਗਦਾਨ ਨਹੀਂ ਆ, ਉਹ ਲੋਕ ਹੁਣ ਇਹਨਾਂ ਸੇਵਾ ਦੇ ਵਿੱਚ ਜਿਹੜਾ ਵਾ ਸਾਹਮਣੇ ਨਹੀਂ ਆ ਸਕਣੇ। ਸੋ ਮੈਂ ਆਸ ਉਮੀਦ ਇਹੀ ਕਰਦਾ। ਤੁਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੋ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਸੱਤਾ ਪਰਿਵਰਤਨ ਐਸਜੀਪੀਸੀ ਚ ਹੋਣ ਜਾ ਰਿਹਾ? ਬਿਲਕੁਲ 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 ਬਹੁਤ ਵੱਡੇ ਲੈਵਲ ਤੇ ਜਿਹੜਾ ਵਾ ਇਹ ਪਰਿਵਰਤਨ ਹੋਊਗਾ ਔਰ ਇਨਕਲਾਬ ਆਊਗਾ। ਔਰ ਸਮੁੰਦਰੀ ਹਾਲ ਚ ਤੁਹਾਨੂੰ
ਨਵੀਂ ਲੀਡਰਸ਼ਿਪ ਜਿਹੜੀ ਆ ਵੇਖਣ ਨੂੰ, ਜਿਹੜੀ ਆ ਪੰਥਕ ਲੀਡਰਸ਼ਿਪ ਵੇਖਣ ਨੂੰ ਮਿਲੂਗੀ। ਜਿਵੇਂ ਪੰਜਾਬ ਦੀ ਵਿਧਾਨ ਸਭਾ 'ਚ ਤੁਹਾਨੂੰ ਨਵੀਂ ਲੀਡਰਸ਼ਿਪ ਵੇਖਣ ਨੂੰ ਮਿਲੀ ਆ, ਸਮੁੰਦਰੀ ਹਾਲ 'ਚ ਵੀ ਇਹਨਾਂ ਚੋਣਾਂ ਰਹੀ ਨਵੀਂ ਲੀਡਰਸ਼ਿਪ, ਖਾਸ ਕਰਕੇ ਸਿੱਖ ਤੁਹਾਡਾ ਇੱਕ ਇਸ਼ਾਰਾ ਇਹ ਵੀ ਪੋਲੀਟੀਕਲ ਪਾਰਟੀਆਂ ਦੀ ਸਰਗਰਮੀ ਵੀ ਫਿਰ ਵੱਧ ਸਕਦੀ ਹੈ। ਬਿਲਕੁਲ 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 ਬਿਲਕੁਲ।